ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਗਿਆਨ ਜਨਨ ਗੁਰ ਦੀਆ ਅਗਿਆਨ ਹਨੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜੇਹਾ ਤੂੰ ਕਰਾਂ ਹੈ ਤੇਹਾ ਹੂੰ ਕਰੀ ਮਖਿਆਨ ਦਾਸਨ ਦਾਸ ਕਹੈ ਜਨ ਨਾਨਕ ਜੇਹਾ ਤੂੰ ਕਰਾਂ ਹੈ ਤੇਹਾ ਹੂੰ ਕਰੀ ਵਖਿਆਨ। ਸ਼ਕਰ ਚਵਰ ਤਖਤ ਦੇ ਮਾਲਕ ਦਸੋਂ ਪਾਤਸ਼ਾਹੀਆਂ ਕੇ ਸਰੋਵਰ ਹਾਜ਼ਰਾ ਹਜ਼ੂਰ ਯਾਹਿਰਾ ਹਜ਼ੂਰ ਜੁਗੋ ਜੋਗ ਅਟਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੇ ਪਾਵਨ ਪਵਿੱਤਰ ਦਰਬਾਰ ਵਿਖੇ ਸੋਭਾਇਮਾਨ ਗੁਰੂ ਰੂਪ ਗੁਰੂ ਸਰੂਪ ਸਤ ਸੰਗੀ ਜਨੋ ਫਤਿਹ ਅਰਜ ਹੈ ਜੀ। ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਤ ਸੰਗੀ ਜਨੋ, ਜੋ ਕਿ ਗੁਰੂ ਸਾਹਿਬ ਜੀ ਦੀ ਰਹਿਮਤ ਨਦਰ ਬਖਸ਼ ਸਦਕਾ ਕਿਤਨੇ ਰੋਜ਼ ਤੋਂ ਰਾਗ ਮਾਝ ਕੀ ਵਾਰ ਦਾ ਲੜੀਵਾਰ ਵਿਚਾਰ ਆਰੰਭ ਹੈ। ਕੁਝ ਕਾਰਨ ਕਰਕੇ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਕਰਕੇ ਕੁਝ ਦਿਨ ਇਹ ਲੜੀਵਾਰ ਵਿਚਾਰ ਹੋ ਨਹੀਂ ਸਕਿਆ। ਸੋ ਅੱਜ ਗੁਰੂ ਸਾਹਿਬ ਜੀ ਨੇ ਕਿਰਪਾ ਕਰੀ ਹੈ, ਬਖਸ਼ਿਸ਼ ਕਰੀ ਹੈ, ਜੋ ਕਿ ਸਮਾਂ ਪ੍ਰਾਪਤ ਹੋਇਆ ਹੈ। ਸੋ ਅੱਜ ਮਾਝ ਕੀ ਵਾਰ ਦੀ 12ਵੀਂ ਪੌੜੀ ਦਾ ਵਿਚਾਰ ਆਰੰਭ ਹੈ। 12ਵੀਂ ਪੌੜੀ ਦੇ 2 ਸ਼ਲੋਕਾਂ ਦਾ ਵਿਚਾਰ ਹੋ ਚੁੱਕਿਆ ਹੈ ਅਤੇ ਪੌੜੀ ਦਾ ਵਿਚਾਰ ਅੱਜ ਆਰੰਭ ਹੈ। तो 12ਵੀਂ ਪੌੜੀ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਪਾਵਨ ਪਵਿੱਤਰ ਫਰਮਾਨ ਕਰਦੇ ਨੇ, ਆਪ ਸਰਵਣ ਕਰੋ ਜੀ। ਪੌੜੇ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਇਆ ਹੈ
खोटे सटिया बाहर वार, खोटे सच्चे दरगाह सुटिया, किसी आगह करह पुकार, सतगुर पिछै भज पवै, एहा करणी सार, सतगुर खोटियां खरे करे, शब्द सवारहार, सच्चे दरगाह मन्नियन, गुर कै प्रेम प्यार, गणत तिना दे को क्या करे, जो आप बख्शे करतार, सच्चे दरगाह मन्नियन, गुर कै प्रेम प्यार, गणत तिना दे को क्या करें, जो आप बख्शे करतार। गुरु रूप गुरु स्वरूप सत संगी जन, सतगुरु इस पावन पवित्र पौड़ी शब्द दे अंदर फरमान करते हैं, आपे कुदरत साजियन, आपे करे विचार। उस परमेश्वर ने आप ही ये ब्रह्मांड, आप ही कुदरत साजी है, रची है। करता पुरख आप ही कुदरत दा रूप बन गए, क्योंकि कादर ने जिस वेले करता पुरख ने ब्रह्मांड साजण दा इरादा बनाया, मन बनाया निरंकार ने, तां फिर कादर जिहड़ा सी वो आप ही खुद फैल के कुदरत बन गया। जिवें बीज जिहड़ा वो खुद बीज आप ही दरख्त दा रूप धारण कर गया। ये गल वखरी है कि स्वरूप बदलते गए। पहला बीज सी, फिर अंकुर बनिया, फिर पौधा बनिया, फिर बूटा बनिया, दरख्त बनिया, फुल पत्ते फल, फलों दे विच फिर उही बीज। वो कादर आप ही फैल के, जिवें बीज ही फैल के दरख्त बन गया, कादर ही फैल के कुदरत बन गया। ब्रह्म ही फैल के ब्रह्मांड बन गया, अते खालक ही खलकत दा रूप बन गया। जो खालक है खलकत दा रूप बन गया। वास्तव दे अंदर ओ परमेश्वर एक है। जदों इस सृष्टि ते कुछ नहीं हुंदा ते ओ फिर सदा आप रहिंदा। आद सच, जुगाद सच, है भी सच, नानक होसी भी सच। एक ओंकार, एक जो निरंकार है उसने अपना आकार, अपना फलाऊ बना लिया। एक तो पहला कुछ नहीं हो सकता, एक तो पहला गिनती भी नहीं हुंदी। कोई कवे भी एक तो पहला गिनती करके दसो, दुनिया दे अंदर कुछ नहीं कह सकते। फिर की कवेगे एक तो पहला भी शून्य है, जीरो है, शून्य है। ओ परमेश्वर जिस वेले सारे ब्रह्मंडां ते शून्य ही शून्य, कुछ नहीं हुंदा। ना धरती, ना चंद्रमा, ना सूरज, ना तारे, ना आकाश, ना पहाड़, ना नदियां, ना बंदा, ना परंदा,
ਕੁਝ ਨਹੀਂ ਹੁੰਦਾ, ਉਸ ਵੇਲੇ ਉਹ ਪਰਮੇਸ਼ਵਰ ਖੁਦ ਆਪ ਹੁੰਦਾ ਹੈ। ਇਸ ਤਰ੍ਹਾਂ ਇਹ ਬ੍ਰਹਿਮੰਡ ਕਈ ਵਾਰੀ ਪਰਮੇਸ਼ਵਰ ਨੇ ਰਚਿਆ ਬਣਾਇਆ ਤੇ ਕਈ ਵਾਰੀ ਇਹ ਬ੍ਰਹਿਮੰਡ ਦਾ ਖਾਤਮਾ ਹੋਇਆ। ਕਈ ਵਾਰ ਪਸਰਿਓ ਪਾਸਾਰਾ, ਸਦਾ ਸਦਾ ਇੱਕ ਏਕੰਕਾਰਾ। ਕਈ ਵਾਰ ਇਸ ਸ੍ਰਿਸ਼ਟੀ ਦਾ ਪਸਾਰਾ ਹੋਇਆ ਤੇ ਕਈ ਵਾਰ ਇਹ ਸ੍ਰਿਸ਼ਟੀ ਦਾ ਖਾਤਮਾ ਨਾਸ ਹੋਇਆ। ਉਸ ਪਰਮੇਸ਼ਵਰ ਨੇ ਜਦੋਂ ਚਾਹਿਆ ਸ੍ਰਿਸ਼ਟੀ ਰਚ ਲਈ, ਕੁਦਰਤ ਬਣਾ ਲਈ, ਫਿਰ ਉਸਨੇ ਕੁਦਰਤ ਦੇ ਵਿੱਚ ਬੈਠ ਕੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਦੂਈ ਕੁਦਰਤ ਸਾਜ ਕੇ ਕਰ ਆਸਣ ਡਿਠੋ ਚਾਓ। ਉਸਨੇ ਫਿਰ ਕੁਦਰਤ ਆਪਣੇ ਤੋਂ ਕੁਦਰਤ ਬਣਾ ਕੇ ਕੁਦਰਤ ਵਿੱਚ ਬੈਠ ਕੇ ਬੜੇ ਚਾਉ ਦੇ ਨਾਲ, ਬੜੇ ਉਤਸ਼ਾਹ ਦੇ ਨਾਲ, ਬੜੇ ਪਿਆਰ ਦੇ ਨਾਲ ਫਿਰ ਇਸ ਕੁਦਰਤ ਨੂੰ ਉਹ ਤੱਕ ਰਿਹਾ ਹੈ, ਵੇਖ ਰਿਹਾ ਹੈ। ਇਸ ਕੁਦਰਤ ਦਾ ਉਹ ਖਿਆਲ ਵੀ ਆਪ ਹੀ ਕਰ ਰਿਹਾ ਹੈ। ਇਹ ਹੁਣ ਡਾਕਟਰ ਨੂੰ ਪਤਾ ਹੁੰਦਾ ਹੈ ਭਈ ਸਰੀਰ ਦੇ ਅੰਦਰ ਕੋਈ ਬਿਮਾਰੀ ਹੋ ਗਈ। ਮੰਨ ਲਓ ਕਿ ਉਂਗਲ ਪੈਰ ਦੀ ਜਾਂ ਪੈਰ ਜਿਹੜਾ ਹੈ ਉਹ ਗਲ ਗਿਆ। ਡਾਕਟਰ ਕਹਿੰਦਾ ਵੀ ਜੇ ਇਸ ਦਾ ਹੁਣ ਪੈਰ ਨਾ ਕੱਟੀਏ ਤੇ ਸਾਰਾ ਸਰੀਰ ਖਰਾਬ ਹੋ ਜਾਏਗਾ। ਫਿਰ ਡਾਕਟਰ ਕਹਿੰਦਾ ਵੀ ਇਸ ਦੇ ਸਰੀਰ ਨੂੰ ਬਚਾਉਣ ਵਾਸਤੇ ਇਸ ਦਾ ਪੈਰ ਕੱਟਣਾ ਪਵੇਗਾ। ਇਸੇ ਹੀ ਤਰ੍ਹਾਂ ਸ੍ਰਿਸ਼ਟੀ ਨੂੰ ਬਚਾਉਣ ਵਾਸਤੇ ਕਈ ਵਾਰੀ ਇਸ ਬ੍ਰਹਿਮੰਡ ਦੀ ਕਾਟ ਛਾਂਟ ਕਰਨੀ ਪੈਂਦੀ ਹੈ। ਉਹ ਭਲੀ ਪੂਰਨ ਪਰਮੇਸ਼ਵਰ ਜਿਹੜਾ ਹੈ ਵਾਹਿਗੁਰੂ, ਇਸ ਸ੍ਰਿਸ਼ਟੀ ਦੀ ਕਈ ਵਾਰੀ ਉਹ ਰਚਨਾ ਕਰਦਾ ਤੇ ਕਈ ਵਾਰੀ ਇਸ ਸ੍ਰਿਸ਼ਟੀ ਦੇ ਵਿੱਚੋਂ ਕੁਝ ਕੱਟ ਵੱਢ ਵੀ ਕਰ ਦਿੰਦਾ ਹੈ ਤੇ ਅਸਾਂ ਨੂੰ ਉਹ ਬੁਰੀ ਲੱਗਦੀ ਹੈ। ਡਾਕਟਰ ਤੇ ਵੇਖੋ ਮਰੀਜ਼ ਦੇ ਭਲੇ ਵਾਸਤੇ ਹੀ ਕਰਦਾ ਹੈ ਵੀ ਉਸਨੇ ਪੈਰ ਕੱਟਿਆ ਵੀ ਕਿਤੇ ਸਾਰਾ ਸਰੀਰ ਨਾ ਖਰਾਬ ਹੋ ਜਾਏ। ਹੁਣ ਡਾਕਟਰ ਨੇ ਇਸ ਕਰਕੇ ਕੱਟਿਆ ਪੈਰ, ਉਸ ਤਰ੍ਹਾਂ ਨਹੀਂ ਕੱਟਿਆ। ਤੇ ਕਈ ਵਾਰੀ ਹੁਣ ਸ੍ਰਿਸ਼ਟੀ ਦੇ ਉੱਤੇ ਜਦੋਂ ਕਈ ਚੀਜ਼ਾਂ ਇਸ ਤਰ੍ਹਾਂ ਹੋ ਜਾਂਦੀਆਂ ਨੇ ਵੀ ਉਹਨਾਂ ਨੂੰ ਜ਼ਰੂਰੀ ਖਤਮ ਕਰਨਾ ਹੁੰਦਾ ਹੈ ਤਾਂ ਕਿ ਸ੍ਰਿਸ਼ਟੀ ਦਾ ਭਲਾ ਹੋ ਜਾਏ। ਹੁਣ ਕਰੋਨਾ ਦੀ ਬਿਮਾਰੀ ਆਈ ਤੇ ਕਰੋਨਾ ਦੀ ਬਿਮਾਰੀ ਨੇ ਸਾਡੀ ਨਿਗਾਹ ਵਿੱਚ ਨੁਕਸਾਨ ਵੀ ਬੜਾ ਕੀਤਾ ਤੇ ਫਾਇਦਾ ਵੀ ਬੜਾ ਕੀਤਾ। ਨੁਕਸਾਨ ਤੇ ਕੀਤਾ ਨਾ ਵੀ ਜਨਸੰਖਿਆ ਦਾ ਬਹੁਤ ਨੁਕਸਾਨ ਹੋਇਆ, ਬਹੁਤ ਲੋਕ ਚੜ੍ਹਾਈ ਕਰ ਗਏ। ਸਾਰੇ ਬ੍ਰਹਿਮੰਡ ਉੱਤੇ ਮਹਾਮਾਰੀ ਦਾ ਨਾਮ ਇਸ ਨੂੰ ਮਿਲ ਗਿਆ ਵੀ ਮਹਾਮਾਰੀ ਆ ਗਈ, ਕਰੋਨਾ ਆ ਗਿਆ। ਇਹਦੇ ਨਾਲ ਨਾਲ ਲਾਭ ਵੀ ਬਹੁਤ ਹੋਏ। ਇਨਸਾਨ ਜਿਹੜਾ ਹੈ ਸੁਚਮਤਾ ਦੇ, ਪਵਿੱਤਰਤਾ ਤੇ ਕਦੇ ਹੋ ਨਹੀਂ ਸਕਦੀ। ਕਿਉਂ? ਸਰੀਰ ਕਦੇ ਪਵਿੱਤਰ ਨਹੀਂ ਹੋ ਸਕਦਾ। ਜੇ ਕੋਈ ਇਨਸਾਨ ਕਹੇ ਵੀ ਮੈਂ ਨਹਾ ਧੋ ਕੇ ਸਰੀਰ ਨੂੰ ਪਵਿੱਤਰ ਕਰਨਵਾ, ਹਜੂਰ ਕਹਿੰਦੇ ਸੁੱਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ। ਜਿਹੜੇ ਪਿੰਡਾ ਧੋ ਕੇ ਨਹਾ ਕੇ ਬਹਿੰਦੇ ਸੁੱਚੇ ਨਹੀਂ ਹੁੰਦੇ। ਬਾਬਾ ਨਾਨਕ ਜੀ ਕਹਿੰਦੇ ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਵਰ ਵਸਦਾ ਉਹੀ ਸੁੱਚੇ ਹੁੰਦੇ ਨੇ। ਸਫਾਈ ਦੀ ਕਿਰਿਆ ਹੈ। ਅਸੀਂ ਸਫਾਈ ਦੀ ਕਿਰਿਆ ਨੂੰ ਭੁੱਲ ਗਏ। ਅਸੀਂ ਸਫਾਈ ਦੀ ਕਿਰਿਆ ਨੂੰ ਭੁੱਲ ਗਏ। ਅਸੀਂ ਲੋਕਾਂ ਨੇ ਸਫਾਈ ਦਾ ਖਿਆਲ ਹੀ ਛੱਡ ਦਿੱਤਾ ਤੇ ਉਸ ਪਰਮੇਸ਼ਵਰ ਨੇ ਸਾਨੂੰ ਸੁਚੇਤ ਕੀਤਾ ਵੀ ਸੁਚੇਤ ਹੋ, ਸਫਾਈ ਰੱਖੋ। ਫਿਰ ਇਤਨਾ ਪ੍ਰਦੂਸ਼ਣ ਹੋ ਗਿਆ, ਜਨਸੰਖਿਆ ਰੁਕ ਜਾਣ ਕਰਨ ਕਰਕੇ ਉਹ ਵੀ ਬਹੁਤ ਘਟ ਗਿਆ।
ਲੋਕਾਂ ਨੂੰ ਬਹੁਤ ਕੁਝ ਸਮਝ ਆਇਆ। ਲੋਕ ਜਿਹੜੇ ਕਿ ਪਰਮੇਸ਼ਵਰ ਦੇ ਨਿਯਮਾਂ ਨੂੰ ਭੁੱਲ ਚੁੱਕੇ ਸੀ, ਪਰਮੇਸ਼ਵਰ ਨੂੰ ਵੀ ਭੁੱਲ ਚੁੱਕੇ ਸੀ ਵੀ ਪਰਮੇਸ਼ਵਰ ਕੌਣ ਹੁੰਦਾ ਹੈ। ਬਹੁਤ ਤਾਂਤ ਦੇ ਵਿੱਚ ਲੋਕਾਂ ਨੂੰ ਇਹ ਯਕੀਨ ਹੋ ਗਿਆ ਕੋਈ ਰੱਬ ਹੈ। ਕਿੰਨਾ ਜ਼ੋਰ ਲਗਾ ਚੁੱਕਿਆ ਹੈ ਵਰਲਡ ਸਾਰਾ, ਸਾਲ ਤੋਂ ਉੱਤੇ ਹੋ ਚੱਲਿਆ ਇਸ ਬਿਮਾਰੀ ਨੂੰ, ਕੋਈ ਇਸ ਦਾ ਇਲਾਜ ਨਹੀਂ ਬਣਿਆ। ਬਣ ਜਾਵੇਗਾ ਠੀਕ ਹੈ, ਪਰ ਤੱਤ ਪਰ ਕੋਈ ਇਲਾਜ ਨਹੀਂ ਬਣਿਆ। ਜਦੋਂ ਪਰਮੇਸ਼ਵਰ ਕਿਤੇ ਕਿਰਪਾ ਕਰਦਾ, ਕਿਤੇ ਵੱਧ ਜਾਂਦੀ ਹੈ ਬਿਮਾਰੀ, ਕਿਤੇ ਘਟ ਜਾਂਦੀ ਹੈ। ਇਹ ਉਸ ਦੀ ਮੌਜ ਹੈ। ਜਿਵੇਂ ਡਾਕਟਰ ਸਰੀਰ ਦੇ ਬਚਾਓ ਵਾਸਤੇ ਉਸ ਦੇ ਅੰਗ ਨੂੰ ਵੀ ਕੱਟ ਦਿੰਦਾ ਹੈ, ਇਸੇ ਤਰ੍ਹਾਂ ਸ੍ਰਿਸ਼ਟੀ ਦੇ ਬਚਾਓ ਵਾਸਤੇ ਪਰਮੇਸ਼ਵਰ ਕਈ ਵਾਰੀ ਇਸ ਤਰ੍ਹਾਂ ਕਰਦਾ ਹੈ ਜਿਹੜਾ ਕਿ ਸਾਨੂੰ ਉਹ ਚੰਗਾ ਨਹੀਂ ਲੱਗਦਾ, ਬੁਰਾ ਲੱਗਦਾ ਹੈ। ਸਾਡੀ ਨਿਗਾਹ ਵਿੱਚ ਵੀ ਇਹ ਪਰਮੇਸ਼ਵਰ ਨੇ ਠੀਕ ਨਹੀਂ ਕੀਤਾ, ਪਰ ਹੈ ਉਹ ਮਨੁੱਖਤਾ ਦੇ ਵਾਸਤੇ ਠੀਕ। ਤੋ ਹਜ਼ੂਰ ਕਹਿੰਦੇ ਨੇ ਆਪੇ ਕੁਦਰਤ ਸਾਜਕੈ ਆਪੇ ਕਰੇ ਵਿਚਾਰ। ਆਪ ਹੀ ਕੁਦਰਤ ਨੂੰ ਸਾਜ ਕੇ ਰਚ ਕੇ ਆਪ ਹੀ ਉਸ ਦਾ ਖਿਆਲ ਕਰ ਰਿਹਾ ਹੈ। ਅੱਗੇ ਹਜ਼ੂਰ ਫਰਮਾਉਂਦੇ ਨੇ ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਜਿਵੇਂ ਇਨਸਾਨ ਖੋਟੇ ਤੇ ਖਰੀ ਕਰੰਸੀ ਦੀ ਪਹਿਚਾਨ ਕਰਦਾ ਵੀ ਇਹ ਕਰੰਸੀ ਹੁਣ ਕਿਸੇ ਕੰਮ ਦੀ ਨਹੀਂ, ਇਹ ਪੈਸਾ ਕਿਸੇ ਕੰਮ ਦਾ ਨਹੀਂ, ਇਹ ਹੁਣ ਨਹੀਂ ਚੱਲਣਾ, ਤੇ ਉਸ ਨੂੰ ਉਹ ਰੱਖਦਾ ਨਹੀਂ। ਤੇ ਇਨਸਾਨ ਖੋਟੀ ਤੇ ਖਰੀ ਚੀਜ਼ ਦੀ ਪਹਿਚਾਨ ਕਰਦਾ ਹੈ। ਇੱਥੋਂ ਤੱਕ ਕਿ ਜੇ ਕਿਸੇ ਇਨਸਾਨ ਨੇ ਮਿੱਟੀ ਦਾ ਬਰਤਨ ਲੈਣਾ ਹੋਵੇ, ਉਸ ਬਰਤਨ ਨੂੰ ਵੀ ਟਣਕਾ ਕੇ ਵੇਖਦਾ, ਪਛਾਣ ਕੇ ਵੇਖਦਾ ਵੀ ਠੀਕ ਹੈ, ਪਿੱਲਾ ਤੇ ਨਹੀਂ, ਕੱਚਾ ਤੇ ਨਹੀਂ। ਜੇ ਕਿਸੇ ਨੇ ਕੋਈ ਚੀਜ਼ ਖਰੀਦਣੀ ਹੈ ਤੇ ਉਹ ਉਸ ਨੂੰ ਚੰਗੀ ਤਰ੍ਹਾਂ ਘੋਖ ਕੇ ਵੇਖਦਾ ਵੀ ਮੈਂ ਸੋਨਾ ਲੈਣ ਲੱਗਾ, ਇਹਦੇ ਵਿੱਚ ਮਿਲਾਵਟ ਤੇ ਨਹੀਂ, ਮੈਂ ਚਾਂਦੀ ਲੈਣ ਲੱਗਾ, ਇਹਦੇ ਵਿੱਚ ਮਿਲਾਵਟ ਤੇ ਨਹੀਂ, ਜਾਂ ਕੋਈ ਮੈਂ ਹੋਰ ਚੀਜ਼ ਖਰੀਦਣ ਲੱਗਾ, ਇਹ ਸਹੀ ਹੈ। ਇਹ ਖੋਟੀ ਤੇ ਸਹੀ ਚੀਜ਼ ਦੀ ਪਹਿਚਾਨ ਮਨੁੱਖ ਕਰਦਾ ਹੈ। ਤੇ ਇਸੇ ਤਰ੍ਹਾਂ ਪਰਮੇਸ਼ਵਰ ਵੀ ਖੋਟੇ ਤੇ ਖਰਿਆਂ ਦੀ ਪਰਖ ਖੁਦ ਕਰਦਾ ਹੈ। ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਇੱਕ ਖੋਟੇ ਜੀਵ ਨੇ ਜਿਹੜੇ ਕਿ ਰੱਬ ਨੂੰ ਭੁੱਲ ਚੁੱਕੇ ਨੇ, ਵਿਸ਼ੇ ਵਿਕਾਰਾਂ ਦੇ ਵਿੱਚ ਲੰਪਟ ਹੋ ਚੁੱਕੇ ਨੇ, ਤੇ ਇੱਕ ਖਰੇ ਜੀਵ ਨੇ। ਖਰਿਆਂ ਨੂੰ ਇਹ ਲੱਗਦਾ ਵੀ ਅਸੀਂ ਪਤਾ ਨਹੀਂ ਕੁਝ ਗਵਾ ਲਿਆ, ਖੋਟਿਆਂ ਨੂੰ ਇਹ ਲੱਗਦਾ ਵੀ ਅਸੀਂ ਪਤਾ ਨਹੀਂ ਬਹੁਤ ਕੁਝ ਪ੍ਰਾਪਤ ਕਰ ਲਿਆ। ਜਦੋਂ ਐਂਡ ਹੁੰਦਾ ਤੇ ਖੋਟਿਆਂ ਨੂੰ ਫਿਰ ਪਤਾ ਲੱਗਦਾ ਵੀ ਅਸੀਂ ਪ੍ਰਾਪਤ ਨਹੀਂ ਤੇ ਗਵਾ ਲਿਆ। ਤੇ ਜਿਹੜਾ ਖਰਾ ਇਨਸਾਨ ਹੁੰਦਾ, ਚੰਗਾ ਇਨਸਾਨ ਹੁੰਦਾ, ਜੀਵਨ ਦੇ ਵਿੱਚ ਭਾਵੇਂ ਉਹਨੂੰ ਦੁਨਿਆਵੀ ਪੱਖੋਂ ਕਈ ਕਮੀਆਂ ਹੋਣ, ਜਿਸ ਵੇਲੇ ਫੈਸਲਾ ਹੁੰਦਾ ਤੇ ਉਸ ਨੂੰ ਪਤਾ ਲੱਗਦਾ ਵੀ ਮੈਂ ਗਵਾਇਆ ਨਹੀਂ, ਮੈਂ ਕੁਝ ਪ੍ਰਾਪਤ ਹੀ ਕੀਤਾ ਹੈ। ਤੇ ਹਜ਼ੂਰ ਕਹਿੰਦੇ ਨੇ ਇਸ ਧਰਤੀ ਦੇ ਉੱਤੇ, ਬ੍ਰਹਿਮੰਡ ਦੇ ਉੱਤੇ ਖੋਟੇ ਵੀ ਜੀਵ ਹਨ ਤੇ ਖਰੇ ਵੀ ਜੀਵ ਹਨ। ਉਹ ਆਪ ਹੀ ਪਰਮੇਸ਼ਵਰ ਪਰਖ ਕਰਦਾ ਹੈ। ਖਰੇ ਖਜ਼ਾਨਾ ਪਾਇਆ ਹੈ, ਖੋਟੇ ਸਟਿਆ ਹੈ ਬਾਹਰ ਵਾਰ। ਇਨਸਾਨ ਕੀ ਕਰਦਾ ਹੈ? ਜਿਹੜਾ ਤੇ ਖੋਟਾ ਰੁਪਈਆ ਹੁੰਦਾ ਹੈ, ਖੋਟੀ ਕਰੰਸੀ ਉਹਨੂੰ ਚੁੱਕ ਕੇ ਮਾਰਦਾ। ਇਹ ਮੇਰੇ ਕਿਹੜੇ ਕੰਮ ਦੀ ਹੈ? ਪਿੱਛੇ ਜੇ ਇੰਡੀਆ ਦੇ ਵਿੱਚ ਕਰੰਸੀ ਬਦਲੀ ਗਈ, ਕਰੰਸੀ ਬਦਲਣ ਦਾ ਸਰਕਾਰ ਨੇ ਇਸ ਤਰ੍ਹਾਂ ਦਾ ਮਾਪਦੰਡ ਬਣਾਇਆ, ਦੱਸਿਆ ਹੀ ਨਹੀਂ ਕਿਸੇ ਨੂੰ, ਰਾਤੋਂ ਰਾਤ ਬਦਲ ਦਿੱਤੀ। ਦੱਸਿਆ ਉਹਨਾਂ ਲੋਕਾਂ ਨੂੰ ਜਿਹਨਾਂ ਲੋਕਾਂ ਦੀ 1 ਨੰਬਰ ਦੀ 2 ਨੰਬਰ 'ਚ ਕਰਨੀ ਸੀ, 2 ਨੰਬਰ ਦੀ 1 ਨੰਬਰ 'ਚ ਕਰਨੀ ਸੀ, ਉਹਨਾਂ ਨੂੰ ਦੱਸਿਆ। ਆਮ ਇਨਸਾਨ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਦੂਏ ਦਾ ਨਹੀਂ ਪਤਾ ਲੱਗਾ ਸਵੇਰ ਨੂੰ ਵੀ ਇਹ ਕਰੰਸੀ ਤੇ ਖਤਮ ਹੋ ਗਈ।
ਤੇ ਕਈਆਂ ਲੋਕਾਂ ਦੇ ਕੋਲ ਇੰਨੀ ਪਈ ਸੀ, ਉਹਨਾਂ ਨੇ ਰੂੜੀਆਂ ਦੇ ਉੱਤੇ ਉਹ ਕਰੰਸੀ ਸਿੱਟੀ। ਮੈਨੂੰ ਕਈਆਂ ਨੇ ਦੱਸਿਆ ਲੁਧਿਆਣੇ ਦੇ ਵਿੱਚ ਗੰਦੇ ਨਾਲੇ ਦੇ ਉੱਤੇ ਉਹ ਕਰੰਸੀ ਸਿੱਟੀ ਗਈ, ਕਿਉਂਕਿ ਉਹਨਾਂ ਕੋਲ 2 ਨੰਬਰ ਦੀ ਸੀ, 1 ਨੰਬਰ ਦੀ ਹੋ ਨਹੀਂ ਸੀ ਸਕਦੀ। ਉਹਨਾਂ ਨੇ ਕਿਹਾ ਹੁਣ ਇਸ ਕਰੰਸੀ ਦਾ ਕੋਈ ਕੰਮ ਨਹੀਂ, ਤੇ ਉਹਨਾਂ ਨੇ ਸੁੱਟ ਦਿੱਤੀ। ਤੇ ਇਨਸਾਨ ਜਿਹੜਾ ਖਰੇ ਖਜ਼ਾਨਾ ਪਾਈਆ ਹੈ, ਖੋਟਾ ਸਿੱਟਿਆ ਬਾਹਰ ਬਾਹਰ। ਖਰੀ ਚੀਜ਼ ਨੂੰ ਇਹ ਆਪਣੇ ਕੋਲ ਰੱਖ ਲੈਂਦਾ, ਖਰੀ ਕਰੰਸੀ ਖਰੇ ਪੈਸੇ ਨੂੰ ਆਪਣੇ ਅਕਾਊਂਟ 'ਚ ਜਮ੍ਹਾਂ ਕਰਾ ਦਿੰਦਾ, ਆਪਣੇ ਕੋਲ ਸੰਭਾਲ ਲੈਂਦਾ। ਤੇ ਜਿਹੜੀ ਖੋਟੀ ਕਰੰਸੀ ਹੈ, ਜਿਸ ਕਰੰਸੀ ਦਾ ਕੋਈ ਮੁੱਲ ਨਹੀਂ, ਜਿਹੜੀ ਨਹੀਂ ਚੱਲ ਸਕਦੀ, ਉਹਨੂੰ ਵਗਾ ਕੇ ਬਾਹਰ ਮਾਰਦਾ। ਤੇ ਹਜ਼ੂਰ ਅਗਲੀ ਪੰਕਤੀ 'ਚ ਕਹਿੰਦੇ ਨੇ, ਖੋਟੇ ਸੱਚੀ ਦਰਗਾਹ ਸੁੱਟੀਆ ਹੈ, ਕਿਸੇ ਆਗਾਹ ਕਰੇ ਪੁਕਾਰ। ਜਿਵੇਂ ਇਨਸਾਨ ਖੋਟੀ ਚੀਜ਼ ਨੂੰ ਆਪਣੇ ਖਜ਼ਾਨੇ 'ਚ ਨਹੀਂ ਪਾਉਂਦਾ, ਸੁੱਟ ਦਿੰਦਾ, ਇਸੇ ਹੀ ਤਰ੍ਹਾਂ ਪਰਮੇਸ਼ਵਰ ਦੀ ਦਰਗਾਹ ਦੇ ਵਿੱਚ ਖੋਟਿਆਂ ਨੂੰ ਦਰਗਾਹ ਚੋਂ ਬਾਹਰ ਧੱਕ ਦਿੱਤਾ ਜਾਂਦਾ। ਵੀ ਚੱਲ 84 ਦੇ ਗੇੜ ਵਿੱਚ 84 ਜਾ ਕੇ ਭੂਗ। ਜਿਹੜੇ ਖੋਟੇ ਸੱਚੀ ਦਰਗਾਹ ਸੁੱਟੀ ਹੈ, ਉਹਨਾਂ ਨੂੰ ਸੱਚੀ ਦਰਗਾਹ ਦੇ ਵਿੱਚੋਂ ਸੁੱਟ ਦਿੱਤਾ ਜਾਂਦਾ। ਸੱਚੀ ਦਰਗਾਹ ਸੁੱਟਿਆ ਹੈ, ਕਿਸੇ ਆਗਿਆ ਕਰੇ ਪੁਕਾਰ। ਉਹ ਜਿਹੜੇ ਫਿਰ ਖੋਟੇ ਹੁੰਦੇ ਨੇ, ਜਿਹੜੇ ਵਿਸ਼ੇ ਵਿਕਾਰਾਂ ਵਾਲੇ ਜੀਵਨ ਭੋਗ ਕੇ ਜਾਂਦੇ ਨੇ, ਉਹਨਾਂ ਨੂੰ ਦਰਗਾਹ ਦੇ ਵਿੱਚੋਂ ਧੱਕ ਦਿੱਤਾ ਜਾਂਦਾ ਹੈ। ਤੇ ਫਿਰ ਕਈ ਉਹਨਾਂ ਦੇ ਵਿੱਚ ਐਸੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਆਪਣੀ ਗਲਤੀ ਦੇ ਉੱਤੇ ਪਛਤਾਵਾ ਹੁੰਦਾ। ਉਹ ਫਿਰ ਕਿਸ ਦੇ ਅੱਗੇ ਆਪਣਾ ਪਛਤਾਵਾ ਜ਼ਾਹਰ ਕਰਨ, ਕਿਸ ਦੇ ਅੱਗੇ ਉਹ ਪੁਕਾਰ ਕਰਨ, ਕਿਸ ਨੂੰ ਬੇਨਤੀ ਕਰਨ। ਸਤਿਗੁਰੂ ਜੀ ਕਹਿੰਦੇ ਨੇ, ਖੋਟੇ ਸੱਚੀ ਦਰਗਾਹ ਸੁੱਟਿਆ ਹੈ। ਖੋਟਿਆਂ ਨੂੰ ਤਾਂ ਸੱਚੀ ਦਰਗਾਹ ਦੇ ਵਿੱਚੋਂ ਬਾਹਰ ਸੁੱਟ ਦਿੱਤਾ ਜਾਂਦਾ ਹੈ। ਕਿਸੇ ਆਗਿਆ ਕਰੇ ਪੁਕਾਰ, ਉਹ ਕਿਸ ਦੇ ਅੱਗੇ ਪੁਕਾਰ ਕਰਨ। ਹੁਣ ਅੱਗੇ ਸਤਿਗੁਰੂ ਜੀ ਨੇ ਦੱਸ ਦਿੱਤਾ, ਉਹ ਕਹਿੰਦੇ ਅੱਗੇ ਪੁਕਾਰ ਕਰਨ। ਸੱਚੇ ਦਰਗਾਹ ਮੰਨੀਅਨ, ਗੁਰ ਕਹਿ ਪ੍ਰੇਮ ਪਿਆਰ। ਸੱਚੀ ਦਰਗਾਹ ਦੇ ਵਿੱਚ ਮੰਨੀਅਨ, ਉਹਨਾਂ ਨੂੰ ਹੀ ਮੰਨਿਆ ਜਾਂਦਾ। ਸਤਿਗੁਰ ਵਾਹਿਗੁਰੂ ਖੋਟੇ ਸੱਚੀ ਦਰਗਾਹ ਸੁੱਟੀਏ, ਕਿਸੇ ਆਗਾਹ ਕਰੇ ਪੁਕਾਰ। ਉਹ ਕਿਹਦੇ ਅੱਗੇ ਪੁਕਾਰ ਕਰਨ। ਤੇ ਅਗਲੀ ਪੰਕਤੀ ਹੈ, ਸਤਿਗੁਰ ਪਿੱਛੇ ਭਜ ਪਵੈ, ਇਹਾ ਕਰਨੀ ਸਾਰ। ਜੇ ਕਿਸੇ ਖੋਟੇ ਨੂੰ ਆਪਣੇ ਗੁਨਾਹਾਂ ਦਾ ਪਛਤਾਵਾ ਹੋ ਗਿਆ ਤੇ ਸਤਿਗੁਰ ਪਿੱਛੇ ਭਜ ਪਵੈ, ਭਾਵ ਸਤਿਗੁਰੂ ਦੀ, ਗੁਰੂ ਦੀ ਸ਼ਰਨ ਲੈ ਲਵੇ, ਸ਼ਰਨ ਵਿੱਚ ਆ ਜਾਵੇ। ਫਿਰ ਉਹ ਜਿਹੜਾ ਨਿਰੰਕਾਰ ਹੈ, ਵਾਹਿਗੁਰੂ ਹੈ, ਉਹ ਬੜਾ ਦਿਆਲੂ ਹੈ, ਕਿਰਪਾਲੂ ਹੈ। ਉਹ ਜੇ ਕੋਈ ਗਲਤੀ ਨੂੰ ਮੰਨ ਲਵੇ, ਆਪਣੇ ਗੁਨਾਹ ਨੂੰ ਕਬੂਲ ਕਰਕੇ ਪਰਮੇਸ਼ਵਰ ਦੀ ਸ਼ਰਨ ਲੈ ਲਵੇ ਵੀ ਮੈਂ ਤੇਰੀ ਸ਼ਰਨ ਵਿੱਚ ਆਇਆ। ਤੇ ਇਹ ਦੁਨੀਆ ਦਾ ਵੀ ਰੂਲ ਹੈ, ਜੇ ਕੋਈ ਕਿਸੇ ਦੀ ਸ਼ਰਨ ਵਿੱਚ ਆਵੇ ਤੇ ਉਸ ਨੂੰ ਸ਼ਰਨ ਦਿੱਤੀ ਜਾਂਦੀ ਹੈ, ਉਸ ਨੂੰ ਸ਼ਰਨ ਦਿੱਤੀ ਜਾਂਦੀ ਹੈ। ਫਿਰ ਲੈ ਵੀ ਮੈਂ ਹੁਣ ਤੇਰੀ, ਤੂੰ ਮੇਰੀ ਸ਼ਰਨ ਵਿੱਚ ਆਇਆ, ਮੈਂ ਤੇਰਾ ਰਾਖਾਂ। ਤੇ ਗੁਰੂ ਨਿਰੰਕਾਰ ਰੱਬ ਦੇ ਘਰ ਵਿੱਚ ਵੀ ਇਹੀ ਦਸਤੂਰ ਹੈ। ਜਦੋਂ ਕੋਈ ਫਿਰ ਆਪਣੇ ਗੁਨਾਹ, ਆਪਣੀਆਂ ਗਲਤੀਆਂ ਕਬੂਲ ਕਰਕੇ ਸਤਿਗੁਰ ਪਿੱਛੇ ਭੱਜ ਪਵੈ, ਗੁਰੂ ਦੀ ਸ਼ਰਨ ਲੈ ਲਵੇ, ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਸਤਿਗੁਰ ਪਿੱਛੇ ਭੱਜ ਪਵੈ, ਇਹਾ ਕਰਨੀ ਸਾਰ। ਉਹ ਫਿਰ ਗੁਰੂ ਜਿਹੜਾ ਸ਼ਰਨ ਆਏ ਨੂੰ ਆਪਣੇ ਛਾਤੀ ਨਾਲ ਲਾ ਦਿੰਦਾ, ਗਲੇ ਨਾਲ ਲਾ ਲੈਂਦਾ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਦ ਸੁਆਮੀ ਸੰਦਾਸ। ਜਦੋਂ ਸ਼ਰਨ ਵਿੱਚ ਕੋਈ ਗੁਨਾਹ ਕਬੂਲ ਕਰਕੇ, ਆਪਣੀਆਂ ਗਲਤੀਆਂ ਕਬੂਲ ਕਰਕੇ ਰੱਬ ਦੀ ਸ਼ਰਨ ਲੈ ਲਵੇ ਤੇ ਰੱਬ ਉਸ ਨੂੰ ਸ਼ਰਨ ਪੈਰਾਂ 'ਚ ਡਿੱਗੇ ਨੂੰ
अपने गले दे नाल लगा दिंदा है। चरण शरण गुर एक पैंडा जाए चल, सतगुर कोट पैंडा आगे हुई लीत है। ओ रब ते ओ निरंकार ते इतना दयालु है, एक कदम उहदे वल नूं पुट्टीए वो करोड़ां कदम अगे हो के मिलदा है। पर सतगुरु एक गल नाले कह दिता इस पंक्ति दे विच, नाले ते युक्ति दस दित्ती भी जिहड़े खोटे ने दरगाह विचों धक्के गए ने, कड्ढे गए ने, उन्हां ने किहदे अगे पुकार करनी है, वो किहदे अगे फरियाद करन, ते नाले ही दस दिता सतगुरु पिछे भज पवे है भी सतगुरु दी शरण लै लवे। ते नाले ही इस पंक्ति दे विच एक होर गल कह दी, वो कहते सतगुर पिछे भज पवै एहा करनी सार, एहा करनी सार। ये जड़ी करनी है, ये जड़ा कर्म है सतगुरु दी शरण लैनी है, ये बहुत कठिन है। सार, सार शब्द दे अर्थ बड़े ने व्याकरण मुताबक। जे आपां सत्से नूं कन्ना रारा, रारे नूं औंकड़ है इत्थे सार, सत्से कन्ना रारे नूं औंकड़, इहदा मतलब है सार दा मतलब लोहा। ते जे सत्से नूं कन्ना ते रारे नूं सिहारी दे दित्ती जावे, इहदा मतलब है खबरसार। खबरसार आपां कहदे भी मेरी खबरसार ही नहीं लई तूं। ते जे सस्से नूं कन्ना ते रारा सार, इहदा मतलब है श्रेष्ठ, पवित्र, सर्वोत्तम, श्रेष्ठ, उत्तम। ते जे सस्सा ते रारा है, इहदे बड़े अर्थ बन जांदे ने। सर, सस्सा रारा सर, सर दा मतलब सरोवर ताल, फिर सर दा मतलब सिर, फिर सर दा मतलब बराबर, फिर सर दा मतलब किसे नूं सर कर लेना, जित लेना, फिर सर दा मतलब सिर भी है। फिर सस्से दे पैर विच बिंदी दे दिओ शर, शर दा मतलब तीर बाण। हुण सर दे देखो किन्ने अर्थ ने। जे ते उसनूं तुसी सस्से कन्ना रारा सार, फिर ते पवित्र, सर्वोत्तम, उत्तम। ते जे सस्से नूं कन्ना ते रारे नूं सिहारी, फिर खबरसार। ते जे सस्से नूं कन्ना रारे दे पैर च औंकड़, इहदा मतलब सार लोहा। सतगुरु कहंदे ने ऐ मनुख सतगुरु दी शरण लै लैनी, ये बड़ी कठिन खेड है। एहा करनी सार, एक कर्म बड़ा सार लोहे वर्गा कठिन है। सतगुरु दी शरण एवें नहीं लई जाती, गल्लां दे नाल नहीं, क्योंकि वो वाहिगुरु गल्लां नाल नहीं भतीजदा। जे आपां कहीए ना भी ਉਹਨੂੰ ਆਪਾਂ ਉੱਪਰਲੀਆਂ ਮੋਮੋ ਠਗਣੀਆਂ ਵਾਲੀਆਂ ਗੱਲਾਂ ਕਰਕੇ ਉਹਨੂੰ ਪ੍ਰਸੰਨ ਕਰ ਲਈਏ, ਨਹੀਂ। साडी नज़र ते उपर तक इंसान दे भी इसदा की रंग है, किदां दे कपड़े ने, किदां दे नैन नक्श ने, इत्थे तक ही है। ते निरंकार दी निगाह साडे हिरदे तक है, इहदे मन विच की है। इस करके निरंकार नूं प्रसन्न करना बड़ी वड्डी कठिन खेड है। इहा करनी सार। एक मैनू शेर याद आया, वो कहंदा चुकाता है तू सर जिसकी इबादत के लिए उस तक, चुकाता है तू सर जिसकी इबादत के लिए उस तक, तेरा जज्बा तो जाता है सजदा नहीं जाता। जिस दे अगे तू सीस झुकाउणा, जिस दे अगे सजदे करदा, जिस दे अगे तू नमस्कारां करदा, तैनू उहदे अगे तक जज्बा तेरा लैके आ गया, तेरे अंदर जज्बा पैदा होया। चल गुरुद्वारे चलीए, चल मंदिर चलीए, चल मस्जिद चलीए, चल धर्म द्वारे चलीए, तेरे अंदर जज्बा पैदा होया।
ਉਹ ਜਜ਼ਬਾ ਤੇ ਤੈਨੂੰ ਉੱਥੇ ਧਾਰਮਿਕ ਸਥਾਨ ਤੇ ਲੈ ਗਿਆ ਤੇ ਤੂੰ ਉੱਥੇ ਆ ਕੇ ਜਿਹੜੀ ਸਜਦਾ ਕਰਦਾ, ਨਮਸਕਾਰ ਕਰਦਾ, ਮੱਥੇ ਟੇਕਦਾ, ਉਹ ਮੱਥਾ ਟੇਕਿਆ ਤੇਰਾ ਸਜਦਾ ਕੀਤਾ ਜਿਹਨੂੰ ਤੂੰ ਸਜਦਾ ਕਰ ਰਿਹਾ ਉਹਦੇ ਤੱਕ ਨਹੀਂ ਪਹੁੰਚਦਾ। बड़ा कठिन खेड है। चुकाता है तू सर जिसकी इबादत के लिए उस तक तेरा जज्बा तो जाता है सजदा नहीं जाता। इहा करनी सार परमेश्वर दी शरण पकड़ लेनी, उस दी शरण विच आ जाना, ये बड़ी कठिन खेल है, कठिन कर्म है। ਐਵੇਂ ਗੱਲਾਂ ਦੇ ਨਾਲ ਨਹੀਂ ਹੋ ਸਕਦਾ। ਗੱਲਾਂ ਦੇ ਨਾਲ ਤੇ ਸਾਡਾ ਖੇਲ ਹੈ ਵੀ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਸੁੱਧੋਂ ਕਾਲੀਆਂ, ਬਾਹਰ ਚਿੱਟਵੀਆਂ। ਬਾਹਰੋਂ ਤੇ ਅਸੀਂ ਚਿੱਟਪੋਸ਼ ਬਣੀ ਫਿਰਦੇ ਹਾਂ, ਲੋਕਾਂ ਨੂੰ ਤੇ ਅਸੀਂ ਬੜੇ ਧਾਰਮਿਕ ਹੋਣ ਦਾ ਦਿਖਾਵਾ ਦਿਖਾ ਰਹੇ ਹਾਂ, ਅੰਦਰੋਂ ਅਸੀਂ ਕਾਲੇ ਹਾਂ, ਸਾਡਾ ਮਨ ਕਾਲਾ ਹੈ। तो हजूर कहते रब की शरण लै लैनी, रब नूं प्रसन्न कर लेना, सूरी उपर खेलना, गिरै तां ठाहर नाहीं। ये बड़ी कठिन खेल है। खंडियों तिखी वालों निकी एत मार्ग जाना। रब नूं मनाउण वाली जड़ा रस्ता खंडे तो भी तिख है, तलवार तो भी तिख है, वाल तो भी बरीक है। इस दे उत्ते चलना बड़ा कठिन खेल है। तां ते हजूर कहंदे ने वे जेड़े दरगाह विचों कढे गए वो अगे किहदे पुकार करन, वो सतगुरु अगे पुकार करन, पर उस दी शरण लैण। पर ये जिहड़ी खेड ए कार बड़ी कठिन, लोहे वर्गी सार कठिन है। तो सतगुरु अगे पंक्ति च फरमाउंदे ने, सतगुर खोटियों खरहे करे शब्द सवारण हार। जे किते सतगुरु दे अगे साडी फिर पुकार पुज जावे, सानू सतगुरु दी शरण मिल जावे ते फिर सतगुरु खोटियों खरे करे, खोटियां तो फिर खरे बना दिंदा है। शब्द सवारण हार, गुरु अपना शब्द दे के, ज्ञान दे के, नाम दे के खोटे तो फिर खरा कर दिंदा है। जिवें सुनियारे दे कोल जाओ ते सुनियारे अगे सोना रख दिओ, उन्हें सोने नूं प्योर करके लेना। हुण ओह प्योर कदों करदा है? देखदा है जिस वेले कुठाली विच पाउंदा है ना, ते सोने दी कुठाली अग च जिस वेले उसनूं ता के कुठाली विच पाउंदा है, जिन्ना चिर उहदे विच मैल हुंदी सोना कुठाली विच टिकदा नहीं, भज्जिया फिरदा। जदों उहदे विचों मैल निकल जांदी है ते सोना कुठाली दे विच बिल्कुल टिक जांदा है। साडे अंदर भी जिन्ना चिर मैल है, विकार हन, उन्ना चिर असीं टकाऊ च नहीं आउंदे। ते जदों गुरु सानू शब्द रूपी कुठाली दे विच ताड़ के साडे विचों मैल कढ दिंदा है ते फिर सतगुरु सानू खोटियां तो खरे कर लैंदा। जिद्दां सुनियारा जिहड़ा मिक्स सोने नूं फिर शुद्ध कर लैंदा ना, ते गुरु भी फिर किरपा करके शब्द द्वारा, ज्ञान द्वारा, नाम द्वारा खोटे तो खरे बना लैंदा। सच्ची दरगाह मन्नियन गुर कै प्रेम प्यार। सच्ची दरगाह दे विच ते प्रेम, जिन प्रेम कियो तिन ही प्रभ पायो। जिन्हां ने प्रेम कीता ओही परमेश्वर दी दरगाह विच प्रवान होए, ओही मन्ने गए। ते जिहड़े मन्ने गए, जिन्हां ने प्रेम द्वारा परमेश्वर की प्राप्ति कर लई, ते फिर पंक्ति समाप्ति जी चूर यूर की कहंदे ने, गणत तिना दी को क्या करे, जो आप बख्शे करतार। जिन्हां नूं फिर करता पुरख ने आप बख्श दिता है, खोटियां तो खरे बना दिता है, ज्ञान दे के, शब्द दे के, नाम दे के अपने नाल मिला लिया।
फिर उन्हां दी गिणती मिणती कौन कर सकदा है। गणत तिन्हां दी को क्या करे, कोई विचारा उन्हां दी गणती मिणती की कर सकदा है। जिन्हां दे उत्ते परमेश्वर दी किरपा हो गई, बख्शिश हो गई, जिन्हां नूं परमेश्वर ने आप बख्श दिता, उन्हां दी फिर गिणती मिणती हिसाब किताब लाया नहीं जा सकदा, कहा नहीं जा सकदा। सो जिहड़े बख्शे गए उन्हां दे जीवन दे अंदाजे जां गल्लां कहियां नहीं जा सकदियां। सो गुरमुख प्यारिओ, ये वाहिगुरु ने कुदरत साजी है, इस कुदरत दा आप ही ख्याल करदा है। जे असी उस वाहिगुरु दी शरण पकड़ लईए तां साडा जीवन बन सकदा है लोक सुखीए परलोक सुहेले, नानक हर प्रभ आपे मिले। होइयां भुलां गलतियां दी दिओ मुआफी। बुलाओ फतेह। वाहिगुरु जी का खालसा, वाहिगुरु जी की फतेह।